ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ ਤੇ। ਦੇਖੋ ਬੱਚੇ, ਆਪਾਂ ਨਾਲੇ ਤਾਂ ਕਰੰਟ ਦਾ ਟੌਪਿਕ ਨਾਲ ਹੀ ਆਪਣਾ ਪੋਲਿਟੀ ਆਪਾਂ ਲਿਖਿਆ ਨਾ ਵੀ ਪੋਲਿਟੀ ਕਰੰਟ ਅਫੇਅਰਸ, ਤਾਂ ਇਹਦੇ 'ਚ ਨਾਲੇ ਤਾਂ ਆਪਾਂ ਪੋਲਿਟੀ ਦਾ ਟੌਪਿਕ ਆ ਜਿਹੜਾ ਉਹਨੂੰ ਕਵਰ ਕਰਾਂਗੇ ਪ੍ਰੋਪਰ, ਨਾਲ ਹੀ ਇਹ ਨਿਊਜ਼ ਦੇ ਵਿੱਚ ਰਿਹਾ ਸੀ। ਸੋ ਉਹ ਵਾਲੇ ਟੌਪਿਕ ਨੇ ਜਿਹੜੇ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਆ, ਜਿਹੜੇ ਕਿਸੇ ਕਾਰਨ ਦੇ ਕਰਕੇ ਨਿਊਜ਼ ਦੇ ਵਿੱਚ ਰਹੇ ਹੁੰਦੇ ਆ। ਜਿਵੇਂ ਕਿ ਪਹਿਲਾਂ ਪ੍ਰੈਜ਼ੀਡੈਂਟ ਸਾਹਿਬ ਨੇ ਜਿਹੜੇ ਨਵੇਂ ਚੁਣੇ ਗਏ ਆ, ਅਤੇ ਹੁਣ ਉਸ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਜਿਹੜੇ ਉਹ ਵੀ ਨਵੇਂ ਇਲੈਕਟ ਹੋਏ ਆ। ਸੋ ਇਹ ਟੌਪਿਕ ਅੱਜ ਦਾ ਆਪਣਾ ਰਹਿਣ ਵਾਲਾ। ਤਾਂ ਦੇਖੋ ਬੱਚੇ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਿਊਜ਼ ਦਿਖਾ ਦਿੰਦਾ ਕਿਉਂ ਆਪਾਂ ਇਹਨੂੰ ਕਵਰ ਕਰ ਰਹੇ ਹਾਂ। ਤਾਂ ਦੇਖੋ, ਜਗਦੀਪ ਧਨਖੜ ਨੇ ਜਿਹੜੇ ਤਾਂ ਉਹ ਇਲੈਕਟ ਕੀਤੇ ਗਏ ਨੇ ਨਵੇਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਤਾਂ ਆਹ ਗੱਲ ਤਾਂ ਤੁਹਾਨੂੰ ਕਲੀਅਰ ਹੋ ਗਈ ਕਿ ਨਿਊਜ਼ ਦੇ ਵਿੱਚ ਆਇਆ ਸੀ। ਸੋ ਤਾਂ ਆਪਾਂ ਇਹਨੂੰ ਇੱਥੇ ਡਿਸਕਸ ਕਰ ਰਹੇ ਹਾਂ। ਤਾਂ ਉਸ ਤੋਂ ਬਿਨਾਂ ਜਿਵੇਂ ਕਿ ਤੁਹਾਨੂੰ ਪਤਾ ਵੀ ਕਾਮਨਵੈਲਥ ਗੇਮਸ ਨੇ ਜਿਹੜੀਆਂ ਬ੍ਰਿੰਗਮ ਦੇ ਵਿੱਚ ਚੱਲ ਰਹੀਆਂ ਨੇ, ਤਾਂ ਉਹਦਾ ਜਿਹੜਾ ਸਕੋਰ ਆ ਬੱਚੇ ਦੇਖੋ, ਜਦੋਂ ਗੇਮਸ ਓਕੇ ਹੋ ਗਈਆਂ ਤਾਂ ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਕਿਹੜੇ ਕਿਹੜੇ ਇੰਪੋਰਟੈਂਟ ਆਪਣੇ ਲਈ। ਤਾਂ ਇੱਥੇ ਦੇਖੋ, ਸਭ ਤੋਂ ਪਹਿਲਾਂ ਟੀਮ ਕਿਹੜੀ ਚੱਲ ਰਹੀ ਆ, ਆਸਟ੍ਰੇਲੀਆ ਚੱਲ ਰਹੀ ਆ ਅੱਜ ਜਦੋਂ ਵੀਡੀਓ ਰਿਕਾਰਡ ਕੀਤੀ ਜਾ ਰਹੀ ਹੈ ਹੁਣ ਤੱਕ। ਇਸ ਤੋਂ ਬਾਅਦ ਤਾਂ ਡੇਲੀ ਇਹਦੇ 'ਚ ਨਵੇਂ ਮੈਡਲ ਐਡ ਹੁੰਦੇ ਰਹਿੰਦੇ ਆ, ਕਿਸੇ ਨੇ 골ਡ, ਸਿਲਵਰ, ਬ੍ਰੌਂਜ਼ ਆ ਜਿਹੜਾ ਨਵੇਂ ਮੈਡਲ ਆਈ ਜਾਂਦੇ ਆ। ਤਾਂ ਆਸਟ੍ਰੇਲੀਆ 골ਡ 66 ਦੇ ਨਾਲ, ਔਰ ਬਾਕੀ 55 ਸਿਲਵਰ, ਬ੍ਰੌਂਜ਼ 53, ਟੋਟਲ 174 ਦੇ ਨਾਲ ਫਸਟ ਪੋਜੀਸ਼ਨ 'ਤੇ ਆ। ਸੈਕਿੰਡ, ਥਰਡ, ਫੋਰਥ ਦੇਖ ਸਕਦੇ ਹੋ। ਤਾਂ ਇੰਡੀਆ ਪਹਿਲਾਂ 8 'ਤੇ ਸੀ, ਫਿਰ 7 'ਤੇ ਆ ਗਿਆ, ਅਤੇ ਅੱਜ ਇੰਡੀਆ 5ਵੇਂ ਨੰਬਰ 'ਤੇ ਆ। 18 골ਡ ਨੇ, 15 ਸਿਲਵਰ ਨੇ, ਔਰ 22 ਇਹਦੇ ਕੋਲ ਬ੍ਰੌਂਜ਼ ਨੇ, ਅਤੇ ਟੋਟਲ 55 ਮੈਡਲ ਨੇ। ਤਾਂ ਪਾਕਿਸਤਾਨ ਆ ਜਿਹੜਾ, ਪਾਕਿਸਤਾਨ ਦੀ ਰੈਂਕ ਵੀ ਆ ਜਿਹੜੀ ਉਹ ਇੰਪਰੂਵ ਹੋ ਚੁੱਕੀ ਆ। 2 ਇਹਦੇ ਕੋਲ 골ਡ ਹੋ ਗਏ, ਸਿਲਵਰ 3 ਹੋ ਗਏ, ਅਤੇ ਬ੍ਰੌਂਜ਼ ਵੀ 3 ਹੋ ਗਏ। ਤਾਂ ਬੱਚੇ ਆਹ ਦੇਖਣਾ ਤੁਸੀਂ। ਬਾਕੀ ਜੈਵਲਨ ਦੇ ਵਿੱਚ 90 ਮੀਟਰ ਆਈ ਥਿੰਕ ਇਹੋ ਜਿਹਾ ਕੁਛ ਆ, ਵੀ ਮਤਲਬ ਇਹਨਾਂ ਦੇ ਇੱਕ ਐਥਲੀਟ ਨੇ ਜਿਨ੍ਹਾਂ ਨੇ ਇੰਨਾ ਥਰੋ ਕੀਤਾ ਹੈ ਜੈਵਲਨ। ਤਾਂ ਪਹਿਲਾਂ ਇਹਨਾਂ ਦਾ ਜਿਹੜਾ ਆਪਦਾ ਬੈਸਟ ਸੀ ਉਹ 86 ਦੇ ਲਵੇ ਤੇ ਕੁਛ ਸੀਗਾ। ਤਾਂ 5th ਅਟੈਂਪਟ ਸੀ ਇਹਨਾਂ ਦੀ ਕਿ 골ਡ ਲੈਣ, ਤਾਂ ਉਹਨਾਂ ਨੇ 골ਡ ਇਹਦੇ 'ਚ ਲੈ ਲਿਆ। ਤਾਂ ਪਲੇਅਰ ਕੋਈ ਵੀ ਆ, ਚਾਹੇ ਆਪਣੀ ਕੰਟਰੀ ਦਾ ਚਾਹੇ ਕਿਸੇ ਵੀ ਕੰਟਰੀ ਦਾ, ਪਲੇਅਰ ਹੁੰਦਾ ਬੱਚੇ, ਸਭ ਦੀ ਰਿਸਪੈਕਟ ਕਰਨੀ ਚਾਹੀਦੀ ਆ। ਓਕੇ, ਚਲੋ। ਤਾਂ ਇਹ ਤਾਂ ਰਹੀ ਆ ਬੱਚੇ ਆਪਣੀ ਕਰੰਟ ਦਾ। ਉਸ ਤੋਂ ਬਾਅਦ ਜਿਹੜਾ ਵੀ ਹੁਣ ਆਪਾਂ ਗੱਲ ਕਰਾਂਗੇ, ਠੀਕ ਆ। ਤਾਂ ਬੱਚੇ, ਜਿਹਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਵੀਡੀਓ ਲਾਈਕ ਨਹੀਂ ਕੀਤੀ, ਦੈਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ। ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਵੀ ਸਾਂਝਾ ਇਹਨੂੰ ਜ਼ਰੂਰ ਕਰਨਾ। ਤਾਂ ਨਵੇਂ ਚੁਣੇ ਗਏ ਆਪਣੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਉਹ ਤੋਂ ਪਹਿਲਾਂ ਦੇਖੋ ਬੱਚੇ, ਤੁਹਾਨੂੰ ਮੈਂ ਦੱਸਦਾ ਕਿ ਤੁਹਾਨੂੰ ਇੱਕ 1 ਲਾਈਨਰ ਕੁਐਸਚਨ ਬਣ ਸਕਦਾ ਕਿ ਦੁਨੀਆ ਦੇ ਵਿੱਚ ਜਿਹੜਾ ਵਾਈਟ ਐਲੀਫੈਂਟ ਮਤਲਬ ਕਿ ਹੋਇਆ, ਬਾਕੀ ਵੈਸੇ ਤਾਂ ਤੁਹਾਨੂੰ ਐਲੀਫੈਂਟ ਪਤਾ, ਪਰ ਉਹ ਵਾਈਟ ਰੇਅਰ ਹੋਇਆ ਨਾ, ਕਿਉਂਕਿ ਜਨਮ ਉਹਦਾ ਚਿੱਟੇ ਹਾਥੀ ਦੇ ਰੂਪ ਦੇ ਵਿੱਚ ਹੋਇਆ। ਤਾਂ ਉਹ ਕਿਹੜੀ ਕੰਟਰੀ ਦੇ ਵਿੱਚ ਹੋਇਆ? ਮਿਆਂਮਾਰ ਦੇ ਵਿੱਚ ਹੋਇਆ, ਵੈਸਟਰਨ ਸਾਈਡ 'ਤੇ। ਓਕੇ, ਤਾਂ ਚਲੋ 80 kg ਵੇਟ ਸੀਗਾ, ਔਰ ਬਾਕੀ ਉਹਦੇ 'ਚ ਲੈਂਥ ਬ੍ਰੈਥ ਦੱਸੀ ਹੋਈ ਆ। ਆਪਾਂ ਨੂੰ ਇੱਥੇ ਤੱਕ ਜਾਣਦੇ ਨਹੀਂ, ਆਪਾਂ ਕੰਟਰੀ ਦਾ ਨਾਮ ਯਾਦ ਰੱਖਣਾ ਵੀ ਕਿੱਥੇ ਹੋਇਆ। ਉਸ ਤੋਂ ਬਾਅਦ ਜਿਹੜਾ ਇਸਰੋ ਨੇ ਸਟੂਡੈਂਟਸ ਦਾ ਇੱਕ SSLV LBMG ਕਰਕੇ ਨਾਮ ਸੀਗਾ, ਉਹਦਾ ਕੁਛ ਭੇਜਿਆ ਸੀਗਾ। ਇੰਨਾ ਕੋਈ ਖਾਸ ਇੰਪੋਰਟੈਂਟ ਨਹੀਂ ਹੈਗਾ ਉਹ, ਬਿਕੋਜ਼ ਉਹ ਫੇਲੀਅਰ ਕਰ ਗਿਆ। ਤਾਂ ਨਿਊਜ਼ ਤੁਸੀਂ ਅੱਜ ਦੇਖੀ ਹੋਊਗੀ, ਤਾਂ ਉਹਨੂੰ ਵੀ ਤੁਸੀਂ ਯਾਦ ਰੱਖਣਾ। ਸ੍ਰੀ ਹਰੀਕੋਟਾ ਤੋਂ ਛੱਡਿਆ ਗਿਆ ਸੀਗਾ ਉਹ। ਓਕੇ, ਤਾਂ ਇਹ ਜਿਹੜੀਆਂ ਉਹ ਨੇ ਇੰਪੋਰਟੈਂਟ ਨਿਊਜ਼ ਨੇ। ਬਾਕੀ ਬੱਚੇ ਇੱਕ ਆਪਣਾ, ਚਲੋ ਪਹਿਲਾਂ ਜੇ ਆਪਾਂ ਇਹਨੂੰ ਕਵਰ ਕਰਦੇ ਹਾਂ। ਤਾਂ ਦੇਖੋ ਬੱਚੇ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਤਾਂ ਹੁਣ ਜਿਹੜੇ ਨਵੇਂ ਚੁਣੇ ਗਏ ਆ ਨਾ, ਪਹਿਲਾਂ ਉਹਨਾਂ ਦੇ ਬਾਰੇ ਆਪਾਂ ਫੈਕਟ ਦੇਖ ਲਈਏ। ਉਸ ਤੋਂ ਬਾਅਦ ਜਿਹੜਾ ਇਹ ਪੋਲਿਟੀ ਦੇ ਟੌਪਿਕ ਵਾਂਗੂ ਆਪਾਂ ਇਹਨੂੰ ਕਵਰ ਕਰਨਾ, ਤਾਂ ਉਹਨੂੰ ਆਪਾਂ ਉਸ ਤੋਂ ਬਾਅਦ ਦੇ ਵਿੱਚ ਕਵਰ ਕਰਾਂਗੇ। ਤਾਂ ਜਿਹੜੇ ਬੱਚਿਆਂ ਨੇ ਹਾਲੇ ਤੱਕ ਸਾਡਾ ਟੈਲੀਗ੍ਰਾਮ ਜੁਆਇਨ ਨਹੀਂ ਕੀਤਾ ਹੋਇਆ, ਤਾਂ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਗਿਆ। ਤਾਂ ਬੱਚੇ ਉੱਥੋਂ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ। ਉੱਥੇ ਕਰੰਟ ਦੇ ਹੋਰ ਵੀ ਇੰਪੋਰਟੈਂਟ ਕਰੰਟ ਹੁੰਦੇ ਆ, ਉਹ ਸ਼ੇਅਰ ਕੀਤੇ ਜਾਂਦੇ ਆ। ਤਾਂ ਦੇਖੋ, NDA ਦੇ ਨੇ ਮਤਲਬ ਕਿ ਕੈਂਡੀਡੇਟ ਨਾਮ ਤੁਹਾਨੂੰ ਪਤਾ ਹੀ ਲੱਗ ਗਿਆ, ਮਤਲਬ ਕਿ ਇਹ ਇਲੈਕਸ਼ਨਾਂ ਨੇ ਜਿਹੜੀਆਂ ਉਹ ਜਿੱਤ ਚੁੱਕੇ ਆ। ਤਾਂ ਦੇਖੋ, ਟੋਟਲ ਵੋਟਾਂ 780 ਵੋਟਾਂ ਸੀ, ਅਤੇ ਉਹਨਾਂ ਦੇ ਵਿੱਚੋਂ 725 ਵੋਟਾਂ ਨੇ ਜਿਹੜੀਆਂ ਉਹ ਹੋਈਆਂ ਨੇ। ਅਤੇ ਉਹਨਾਂ ਦੇ ਵਿੱਚੋਂ 346 ਵੋਟਾਂ ਨਾਲ ਇਹ ਜਿੱਤ ਗਏ, ਅਤੇ ਇਹਨਾਂ ਨੇ 528 ਵੋਟਾਂ ਨੇ ਜਿਹੜੀਆਂ ਉਹ ਪ੍ਰਾਪਤ ਕੀਤੀਆਂ ਨੇ। 15 ਵੋਟਾਂ ਨੇ ਜਿਹੜੀਆਂ ਉਹ ਇਨਵੈਲਿਡ ਕਰਾਰ ਦਿੱਤੀਆਂ ਗਈਆਂ ਨੇ। ਤਾਂ ਇਹਨਾਂ ਨੇ ਸਿਕਿਉਰ ਕੀਤਾ 74.36%, ਠੀਕ ਆ। ਤਾਂ 93% ਵੋਟਾਂ ਪਈਆਂ। ਤਾਂ 50 MP ਤੋਂ ਵੱਧ ਸੀ, ਮਤਲਬ ਕਿ ਜਿਹੜੇ ਇਹਦੇ 'ਚ ਸ਼ਾਮਲ ਨਹੀਂ ਹੋਏ। ਤਾਂ ਜਿੰਨੀਆਂ ਵੈਲਿਡ ਵੋਟਾਂ ਸੀ ਉਹਨਾਂ ਦਾ 74, ਤੁਸੀਂ 75 ਮੰਨ ਲਓ, ਜਾਂ 74 ਮੰਨ ਲਓ, 74% ਮਤਲਬ ਕਿ ਇਹਨਾਂ ਨੇ ਲੈ ਲਿਆ। ਵੈਸੇ ਐਗਜ਼ਾਮ ਦੇ ਵਿੱਚ ਇਹੋ ਜਿਹੇ ਫੈਕਟ ਆਉਂਦੇ ਨਹੀਂ ਹੁੰਦੇ। ਇਹ ਤਾਂ ਮੈਂ ਤੁਹਾਨੂੰ ਵੈਸੇ ਦੱਸ ਰਿਹਾ ਬੱਚੇ, ਕਿਉਂਕਿ ਇਹ ਪੋਸਟ ਲੰਬੇ ਸਮੇਂ ਤੱਕ 5 ਸਾਲ ਦੀ ਰਹਿਣੀ ਹੁੰਦੀ ਆ। ਸੋ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਕਿ ਕੀ ਚੱਲ ਰਿਹਾ, ਤਾਂ ਕਰਕੇ ਇਹਨੂੰ ਆਪਾਂ ਥੋੜ੍ਹਾ ਜਿਹਾ ਦੇਖ ਰਹੇ ਹਾਂ ਜ਼ਿਆਦਾ। ਕਲੀਅਰ ਆ? ਦੇਖੋ ਬੱਚੇ, ਆ ਇੱਥੇ ਵੀ ਮਤਲਬ ਕਿ ਹਾਈਐਸਟ ਵਿਨਿੰਗ ਮਾਰਜਨ ਆ। ਤਾਂ ਲਾਸਟ 6 ਪ੍ਰੈਜ਼ੀਡੈਂਟ ਜਿਹੜੇ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਆ, ਤਾਂ 1997 ਤੋਂ ਲੈ ਕੇ। ਤਾਂ ਦੇਖੋ, ਇਸ ਤੋਂ ਬਾਅਦ ਜਿਹੜੇ ਇਹਨਾਂ ਦੇ ਓਪੋਜੀਸ਼ਨ ਦੇ ਵਿੱਚ ਸੀਗੇ, ਠੀਕ ਆ, ਮਾਰਗਰੇਟ ਅਲਬਾ, ਤਾਂ ਉਹਨਾਂ ਨੂੰ 200 ਤੋਂ ਵੀ ਘੱਟ ਵੋਟਾਂ ਨੇ ਜਿਹੜੀਆਂ ਉਹ ਪਈਆਂ ਨੇ, ਠੀਕ ਆ। ਤਾਂ ਇਹ ਗੱਲ ਵੀ ਤੁਸੀਂ ਯਾਦ ਰੱਖਣੀ ਆ, ਮਤਲਬ ਪਈਆਂ ਵੋਟਾਂ ਕਿੰਨੀਆਂ ਨੇ? ਤਾਂ 182 ਵੋਟਾਂ ਇਹਨਾਂ ਨੂੰ ਪਈਆਂ ਨੇ। ਤਾਂ ਬਾਕੀ ਬੱਚੇ 5 ਟਾਈਮ MP ਰਹਿ ਚੁੱਕਿਆ ਹੈ ਕਾਂਗਰਸ ਪਾਰਟੀ ਤੋਂ,
बाकी एक्स यूनियन मंत्री भी रह चुके ने। तो ये भी तुसीं ध्यान दे विच रखना कि इन्हां दे ओपोजिशन दे विच कौन सीगे, मारगरेट अल्वा सीगे जिहड़े कि 5 टाइम MP कांग्रेस तो रह चुके आ तां तुहानूं क्लीयर हो गया होऊगा। तो हुण देखो मतलब कि इन्होंने वैसे तो इन्होंने काफ़ी कुछ मतलब किया होया, तो आप कहेंगे भी LLB इन्होंने की हुई है, सो लॉ की प्रैक्टिस भी की हुई है इन्होंने अपने राजस्थान कोर्ट के विच और सुप्रीम कोर्ट के विच भी, ठीक है। तो पॉलीटिक्स के ज्वाइन 1989 के आ गई सी, तो उदों ही ये मतलब कि चुने भी गए सी और गवर्नर रहे सी 2019 तो लैके हुण तक 22 तक गवर्नर रहे, तो हुण ये मतलब अपने वाइस प्रेजिडेंट बन चुके हैं। बाकी इन्होंने ओथ कदों लैनी आ, जो M वैंकैया नायडू जी का मतलब कि अगस्त 10 ਨੂੰ खत्म होने वाला, तो उस तो बाद ये 11 अगस्त ਨੂੰ अपनी सौंह जी वो चुकणगे, ठीक है। तो इस तो बाद आ जाट कम्यूनिटी में बिलोंग करते हैं और ये फस्ट टाइम हो रहा कि कोई OBC है जो वाइस प्रेजिडेंट बन जा रहे हैं। बच्चे आ तो असीं इन्हां दे बारे बेसिक फैक्ट, जे थोड़ी बहुती जानकारी होर तो मैं तुहानूं दस देना, ठीक है। तो हुण इन्हां दे बारे आपां गल करिए, ਜਿਹੜੇ M ਵੈਂਕੈया नायडू सीगे, तो मतलब वो 11 अगस्त 2017 तो लैके वो सीगे, उदों आई थिंक उन्होंने 346 वोटां सीगियां ਜਿਹੜੀਆਂ ਉਹ ਪਈਆਂ ਸੀਗੀਆਂ, ठीक है। तो वाइस प्रेजिडेंट इन्ना इंपोर्टेंट क्यों होंदा, क्योंकि जो अपनी कंट्री का वाइस प्रेजिडेंट होंदा अपने राज्य सभा के चेयरमैन वजों ही एक्स ऑफिशियो के तौर पर काम करता। एक्स ऑफिशियो वो होंदा जो अपनी पोस्ट के नाल किसी होर अहुदे का भी मतलब कि कोई हैड होंदा, ठीक है। तो एक्स ऑफिशियो ये चेयरपर्सन होंदे ने राज्य सभा के और उन्होंने वाइस प्रेजिडेंट होने की तनख्वाह जी वो नहीं मिलती, उत्थों के चेयरपर्सन होने की सैलरी है जी वो एक मिनट बच्चे एक मिनट चलो पहला एक मिनट बच्चे। तो देखो तो ये आप गल कर रहे सी, ठीक है। तो मतलब ਜਿਹੜੀਆਂ सब तो ज़्यादा वोटां मिलियां सी बच्चे 1992 के किसी सब तो ज़्यादा वोटां मिलियां सीगियां, तो उन्हों का तुसीं नाम कमेंट करके दस्सिओ कि वो कौन सी जिन्होंने सब तो ज़्यादा वोटां मिलियां सीगियां। सिर्फ एक अद्धी वोट बाहर गई सी, तो इन्नियां वोटां नाल वो जित गए सीगे। तो हुण जे आपां इन्हां दे जगदीप जी की गल करिए तो राजस्थान के रहने वाले आ और झुंझुनू जिले के मतलब पिंड तक आपां जाना नहीं। बाकी एजुकेशन इन्हां दी सैनिक स्कूल चित्तौड़गढ़ तो हुई है। बाकी 1999 के अपना ये राजनीति के आए सी, जाट कम्यूनिटी में बिलोंग करते हैं। चलो आ तो इन्ने क पॉइंट इन्हां दे बारे सी। आ देखो बच्चे टॉपिक इंपॉर्टेंट क्यों आ, क्योंकि ऑलरेडी यूपीएससी प्रीलिम्स एग्जाम दे विच क्वेश्चन ऑलरेडी पूछा जा चुकिया। तो बच्चे आ 2 स्टेटमेंट वाला क्वेश्चन आ, तुसीं किसी भी एग्जाम की तैयारी करते हो तो तुसीं अगर ये टॉपिक नूं पहलां तो कदे किसी ने पढ़िया होया जां ये टॉपिक नूं पढ़न तो बाद इहदा आंसर जरूर ट्राई करना। ये आपां टैलीग्राम उपर भी पूछा सी, उत्थे इहदा अज आंसर वीडियो तो बाद बच्चे प्रोवाइड करवाया जाऊगा। जिहड़े बच्चे ने आंसर चैक करना टैलीग्राम ज्वाइन करो, तो उत्थे इहदा आंसर तुसीं दे सकते हो, एक्सप्लेनेशन भी दे सकते हो। तो वीडियो दा जदों मतलब एंड होऊगा उदों तुसीं आंसर इहदा ट्राई जरूर करना। ਜਿਹੜੇ ਬੱਚੇ ने पहला तो किया तो वो आंसर हुण भी ट्राई कर सकते हैं। देखो बच्चे पहला तुहानूं मैं एक आम अपनी बोलचाल की भाषा के ये चीज़ समझा देना कि मतलब वाइस प्रेजिडेंट नूं एक ओवरव्यू नाल तुसीं किवें याद रख सकते हो। सब तो पहला तुहानूं आ सकता भी इहदा सोर्स की आ, तो सोर्स इहदा की आ तो USA आ, ठीक है। तो हुण 91 नंबर के ने, 14वें नंबर के वाइस प्रेजिडेंट बने ने, क्योंकि 2 टाइम पहला मतलब कि राधा कृष्णन सीगे जिहड़े वो भी 2 बार बने, हामिद अंसारी ने जिहड़े ये भी 2 बार बन चुके हैं। हुण जे आपां आर्टिकल की गल करिए तो जिहड़े इन्हां दे नाल रिलेटेड आर्टिकल ने वो सॉरी बच्चे 63 तो इत्थे 71 होना सी, 63 तो 71 तक आर्टिकल ने जिहड़े मतलब कि इन्हां दे नाल डील करते हैं, क्लीयर। उस तो बाद आर्टिकल 64 दे विच की आ, एक्स ऑफिशियो चेयरमैन हुंदे आ राज्य सभा के। आर्टिकल 65 बिकम एक्टिंग प्रेजिडेंट। एक्टिंग प्रेजिडेंट ये हुंदा भी जो प्रेजिडेंट की पोस्ट आ जिहड़ी वो खाली पई आ, तो उहदी जगह के उत्ते प्रेजिडेंट के वांगू काम कौन करनगे, जिवें स्कूल दे विच प्रिंसीपल ना होण दैन वाइस प्रिंसीपल एक्टिंग प्रिंसीपल के वजों काम करते हैं। इत्थे प्रेजिडेंट एबसेंट ने दैन उन्होंने की जगह पर एक्टिंग प्रेजिडेंट बन के कौन काम करते हैं, वाइस प्रेजिडेंट साहब करते हैं। सो ये गल भी तुसीं ध्यान च रखनी है। तो एक बच्चे देखो जी प्रेजिडेंट की पोस्ट आ वो 6 महीने, ये मतलब कि एक क्वेश्चन बन सकता भी ज़्यादा तो ज़्यादा मैक्सीमम समा किन्ने टाइम के लिए वाइस प्रेजिडेंट आ जिहड़े एक्टिंग प्रेजिडेंट के रूप में काम कर सकते हैं, तो उत्थे आंसर आऊगा 6 मंथ्स, ठीक है। क्योंकि प्रेजिडेंट साहब की पोस्ट 6 महीनों तो ज़्यादा खाली नहीं हो सकती, उदों तक इलैक्शनां करवाउणियां जरूरी होंदियां ने उत्थे। वैसे तो खाली होनी नहीं चाहिए, पर फिर भी मैक्सीमम 6 महीने का टाइम हुंदा इत्थे इन्हां कोल। तो ये चीज़ भी तुसीं ध्यान दे विच रखनी है। उस तो बाद की मैंबर ऑफ राज्य सभा नो, तो रिजाइन किनूं देणगे, प्रेजिडेंट साहब नूं देणगे। ओथ प्रेजिडेंट जां फिर कोई बंदा इन्हां दे द्वारा अपॉइंट किया होया। टनैवर इन्हां दा 5 साल हुंदा। इलैक्शन मोड इन्हां दा इंडरैक्ट हुंदा, मतलब कि लोग डायरैक्टली इन्हां नूं नहीं चुणदे, लोकां दे द्वारा चुने हुए MP ने जिहड़े वो मतलब कि इन्हां दी चोण करदे आ। रीइलैक्ट हो सकदे आ, यस हो सकदे आ। मिनिमम एज इन्हां दी 35 साल, मैक्सीमम बारे कोई भी लिमिट इन्हां दी नहीं हैगी। तो बच्चे देखो एक तो यह हो गया ओवरव्यू इहदा।
ਤਾਂ ਤੁਸੀਂ ਇੱਥੋਂ ਵੀ ਇਹਨੂੰ ਯਾਦ ਕਰ ਸਕਦੇ ਹੋ। ਜੇ ਤੁਸੀਂ ਨੋਟ ਕਰਨਾ ਕਿਤੋਂ ਦੁਬਾਰਾ ਰਿਵੀਜ਼ਨ ਕਰਨੀ ਹੈ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਨੋਟ ਕਰ ਸਕਦੇ ਹੋ। ਓਕੇ, ਤਾਂ ਹੁਣ ਦੇਖੋ ਬੱਚੇ ਬਾਅਦ ਦੇ ਵਿੱਚ ਤੁਹਾਨੂੰ ਅੱਗੇ ਸਲਾਈਡਸ ਦੇ ਵਿੱਚ ਜਿਵੇਂ ਤੁਸੀਂ ਚਾਹੁੰਦੇ ਹੋ ਤੁਹਾਨੂੰ ਉਵੇਂ ਵੀ ਮਿਲੂਗਾ। ਵੈਸੇ ਮੈਂ ਤੁਹਾਨੂੰ ਈਜ਼ੀ ਵੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਜੋ ਤੁਸੀਂ ਨੋਟਸ ਖੁਦ ਪ੍ਰਿਪੇਅਰ ਕਰ ਸਕੋ। ਓਕੇ, ਮਤਲਬ ਸਭ ਤੋਂ ਪਹਿਲਾਂ ਆ ਜਾਏ ਵੀ ਜੇ ਇਹਦਾ ਆਪਾਂ ਰਿਮੂਵਲ ਦੇਖੀਏ, ਠੀਕ ਆ, ਤਾਂ ਰਿਮੂਵਲ ਜਾਣੀ ਕਿ ਹਟਾਉਣ ਦੀ ਵਿਧੀ ਕੀ ਆ, ਤਾਂ ਰਾਜ ਸਭਾ ਦੇ ਵਿੱਚ ਮਤਲਬ ਕਿ ਰੈਜ਼ੋਲੂਸ਼ਨ ਲੈ ਕੇ ਆਉਣਾ ਪੈਂਦਾ ਤੇ ਲੋਕ ਸਭਾ ਦੇ ਵਿੱਚੋਂ ਵੀ ਐਗਰੀ ਕਰਾਉਣਾ ਜ਼ਰੂਰੀ ਹੁੰਦਾ ਉਹ। ਬਾਕੀ 14 ਦਿਨ ਪਹਿਲਾਂ ਨੋਟੀਫਿਕੇਸ਼ਨ ਦੇਣਾ ਪੈਂਦਾ, ਠੀਕ ਆ। ਤਾਂ ਇਦੋਂ ਬਾਅਦ ਚਲੋ ਤੁਹਾਨੂੰ ਪਹਿਲਾਂ ਇੱਥੇ ਦੇਖ ਲੈਂਦੇ ਆਪਾਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਤਾਂ ਦੇਖੋ ਬੱਚੇ ਇਹ ਕਾਹਦੇ ਬੇਸ ਤੇ ਆ, ਅਮਰੀਕਨ ਵਾਈਸ ਪ੍ਰੈਜ਼ੀਡੈਂਟ ਦੇ ਬੇਸ ਤੇ ਆ। ਤਾਂ ਸੰਵਿਧਾਨ ਦਾ ਪਾਰਟ ਕਿੰਨਵਾਂ, ਪਾਰਟ 5ਵਾਂ, ਚੈਪਟਰ 1 ਐਗਜ਼ੀਕਿਊਟਿਵ ਦੇ ਵਿੱਚ। ਇਸ ਤੋਂ ਬਾਅਦ ਸੈਕੰਡ ਹਾਈਐਸਟ ਕੌਂਸਟੀਟਿਊਸ਼ਨਲ ਆਫਿਸ ਆਏ ਆਪਣੇ ਫਸਟ ਪ੍ਰੈਜ਼ੀਡੈਂਟ ਸਾਹਿਬ ਦਾ। ਉਸ ਤੋਂ ਬਾਅਦ ਦੂਸਰਾ ਸੈਕੰਡ ਹਾਈਐਸਟ ਕੌਂਸਟੀਟਿਊਸ਼ਨਲ ਆਫਿਸ ਕਿਹਦਾ ਗਾ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦਾ। ਟਰਮ 5 ਈਅਰ, ਇਹ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ਬੱਚੇ। ਤਾਂ ਆਰਟੀਕਲ 63 ਤੋਂ 73 71 ਆ ਜਾਂਦਾ, ਮਤਲਬ ਕਿ 73 71 ਦੋਨੇ ਹੀ ਹੈ ਵੈਸੇ, ਠੀਕ ਆ। ਤਾਂ ਇਹਦੇ 'ਚ ਇਸ ਤੋਂ ਬਾਅਦ ਦੇਖੋ ਇਹਦੀਆਂ ਕੁਆਲੀਫਿਕੇਸ਼ਨ, ਇਲੈਕਸ਼ਨਸ, ਰਿਮੂਵਲ ਐਂਡ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਤਾਂ ਰਿਜ਼ਾਈਨ ਦੀ ਗੱਲ ਕਰੀਏ, ਆਪਣਾ ਇਹ ਰੈਜੀਗਨੇਸ਼ਨ ਕਿਹਨੂੰ ਦੇ ਸਕਦੇ ਆ, ਪ੍ਰੈਜ਼ੀਡੈਂਟ ਸਾਹਿਬ ਨੂੰ ਆਪਣਾ ਰੈਜੀਗਨੇਸ਼ਨ ਜਿਹੜਾ ਇਹ ਦੇ ਸਕਦੇ ਆ। ਤਾਂ ਵਾਈਸ ਪ੍ਰੈਜ਼ੀਡੈਂਟ ਕੈਨ ਬੀ ਰਿਮੂਵਡ, ਮੈਂ ਬੱਚਿਆਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਵੀ ਮਤਲਬ ਕਿ ਰਾਜ ਸਭਾ ਦੇ ਵਿੱਚੋਂ ਰੈਜੋਲੂਸ਼ਨ ਲਿਆ ਕੇ ਮੈਜੋਰਟੀ ਨਾਲ, ਠੀਕ ਆ। ਤਾਂ ਵੀ 14 ਦਿਨ ਪਹਿਲਾਂ ਉਹਨੂੰ ਮਤਲਬ ਕਿ ਨੋਟੀਫਿਕੇਸ਼ਨ ਜਿਹੜਾ ਉਹ ਦੇਣਾ ਜ਼ਰੂਰੀ ਹੁੰਦਾ। ਬਾਕੀ ਇਸ ਤੋਂ ਪਹਿਲਾਂ ਕੌਣ ਸੀਗੇ, ਐਮ ਵੈਂਕਈਆ ਨਾਇਡੂ ਜੀ ਸੀਗੇ ਜਿਹੜੇ ਆਪਣੇ ਮਤਲਬ ਕਿ ਪਹਿਲਾਂ ਸੀ 11 ਅਗਸਤ 2017 ਤੋਂ ਲੈ ਕੇ ਉਹਨਾਂ ਦਾ ਟੈਨਿਓਰ ਸੀ ਜਿਹੜਾ ਸਟਾਰਟ ਹੋ ਰਿਹਾ ਸੀ। ਹੁਣ ਦੇਖੋ ਹਾਊ ਦਾ ਵਾਈਸ ਪ੍ਰੈਜ਼ੀਡੈਂਟ ਇਜ਼ ਇਲੈਕਟਡ ਇਨ ਇੰਡੀਆ, ਕਿਵੇਂ ਚੁਣਿਆ ਜਾਂਦਾ, ਕੀ ਡਾਇਰੈਕਟ ਇਲੈਕਸ਼ਨ ਹੁੰਦੇ ਆ, ਨੋ ਡਾਇਰੈਕਟ ਇਲੈਕਸ਼ਨ ਇੱਥੇ ਨਹੀਂ ਹੁੰਦੇ। ਤਾਂ ਕਾਹਦੇ ਨਾਲ ਚੁਣਿਆ ਜਾਂਦਾ, ਇਲੈਕਟਰਲ ਕਾਲਜ ਦੇ ਨਾਲ। ਇੱਥੋਂ ਤੁਹਾਨੂੰ ਯਾਦ ਆਊਗਾ ਵੀ ਇਲੈਕਟਰਲ ਕਾਲਜ ਤਾਂ ਅਸੀਂ ਪ੍ਰੈਜ਼ੀਡੈਂਟ ਸਾਹਿਬ ਦੇ ਲਈ ਵੀ ਪੜ੍ਹਿਆ, ਪਰ ਹੁਣ ਪ੍ਰੈਜ਼ੀਡੈਂਟ ਸਾਹਿਬ ਵਾਲੇ ਤੇ ਇਹਨਾਂ ਦੇ ਕਾਲਜ ਦੇ ਵਿੱਚ ਫਰਕ ਆ, ਠੀਕ ਆ। ਫਰਕ ਕੀ ਆ ਬੱਚੇ, ਦੇਖੋ ਹੁੰਦਾ ਤਾਂ ਪ੍ਰੋਸੈਸ, ਇਲੈਕਸ਼ਨ ਪ੍ਰੋਸੈਸ ਤਾਂ ਮਤਲਬ ਕਿ ਤਕਰੀਬਨ ਸਿਮਿਲਰ ਹੀ ਆ, ਪਰ ਇਹਨਾਂ ਦੇ ਵਿੱਚ ਇਲੈਕਟਰਲ ਕਾਲਜ ਦਾ ਜਿਹੜਾ ਇਹਦੇ 'ਚ ਫਰਕ ਹੁੰਦਾ, ਜਿਹੜਾ ਤਾਂ ਹੁਣ ਪ੍ਰੈਜ਼ੀਡੈਂਟ ਸਾਹਿਬ ਦਾ ਹੁੰਦਾ ਉਹ ਇਹਨਾਂ ਦੇ ਨਾਲੋਂ ਵੱਖਰਾ ਹੁੰਦਾ। ਹੁਣ ਸਿੰਪਲ ਆਮ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਤਾਂ ਪ੍ਰੈਜ਼ੀਡੈਂਟ ਸਾਹਿਬ ਦਾ ਹੁੰਦਾ ਉਹਦੇ 'ਚ ਤਾਂ ਸਿਰਫ ਓਨਲੀ ਇਲੈਕਟਡ ਐਮਪੀ ਭਾਗ ਲੈਂਦੇ ਆ, ਠੀਕ ਆ। ਜਦੋਂ ਰਾਸ਼ਟਰਪਤੀ ਸਾਹਿਬ ਦੀ ਚੋਣ ਹੁੰਦੀ ਆ ਉਹਦੇ 'ਚ ਜਿਹੜੇ ਐਮਪੀ ਭਾਗ ਲੈਣਗੇ ਉਹ ਨੋਮੀਨੇਟਡ ਭਾਗ ਨਹੀਂ ਲੈਂਦੇ, ਠੀਕ ਆ। ਤਾਂ ਇੱਕ ਸਟੇਟ ਵਾਲੇ ਹੁੰਦੇ ਆ, ਬਾਕੀ ਜਿਹੜੇ ਇਹ ਵਾਈਸ ਪ੍ਰੈਜ਼ੀਡੈਂਟ ਦੇ ਹੁੰਦੇ ਆ ਇਹਦੇ 'ਚ ਇਲੈਕਟਡ ਵੀ ਲੈਂਦੇ ਆ ਔਰ ਨੋਮੀਨੇਟਡ ਬੰਦੇ ਨੇ ਜਿਹੜੇ ਉਹ ਵੀ ਪਾਰਟਿਸਪੇਟ ਕਰਦੇ ਆ। ਤਾਂ ਡਿਫਰੈਂਸ ਇੱਥੋਂ ਤੁਸੀਂ ਦੇਖ ਸਕਦੇ ਹੋ, ਮਤਲਬ ਨੋਮੀਨੇਟਡ ਮੈਂਬਰ, ਠੀਕ ਆ। ਤਾਂ ਸਟੇਟਸ, ਇੱਥੇ ਸਟੇਟਸ ਦਾ ਕੋਈ ਰੂਲ ਨਹੀਂ ਹੁੰਦਾ। ਬਾਕੀ ਹੁਣ ਐਲੀਜੀਬਿਲਟੀ ਦੀ ਗੱਲ ਕਰੀਏ, ਪਹਿਲਾਂ ਤਾਂ ਇਹ ਸਿਟੀਜ਼ਨ ਹੋਣਾ ਚਾਹੀਦਾ ਭਾਰਤ ਦਾ, ਕੰਪਲੀਟ 35 ਸਾਲ ਉਮਰ ਹੋਣੀ ਚਾਹੀਦੀ ਆ, ਕੁਆਲੀਫਾਈਡ ਇਲੈਕਸ਼ਨ ਆਫ ਦਾ ਮੈਂਬਰ ਆਫ ਰਾਜ ਸਭਾ ਦਾ ਮੈਂਬਰ ਬਣਨ ਦੀਆਂ ਸਭੀ ਸ਼ਰਤਾਂ ਨੂੰ ਪੂਰਾ ਕਰਦਾ ਹੋਵੇ। ਤਾਂ ਪ੍ਰੋਫਿਟ, ਨਾਟ ਹੋਲਡ ਐਨੀ ਆਫਿਸ ਆਫ ਪ੍ਰੋਫਿਟ, ਆਹ ਤਾਂ ਤਕਰੀਬਨ ਸਾਰਿਆਂ ਦੇ ਲਈ ਇੰਪੋਰਟੈਂਟ ਹੁੰਦਾ, ਆ ਵੀ ਤਕਰੀਬਨ ਇੰਪੋਰਟੈਂਟ ਆ। ਤਾਂ ਬੱਚੇ ਤੁਸੀਂ ਆਹ ਚੀਜ਼ ਨੂੰ ਜਿਹੜੀ ਇੰਪੋਰਟੈਂਟ ਮੰਨ ਕੇ ਯਾਦ ਰੱਖਣਾ। ਓਕੇ, ਤਾਂ ਹੁਣ ਦੇਖੋ ਇਲੈਕਟਰਲ ਕਾਲਜ ਕੀ ਆ, ਮਤਲਬ ਕਿ ਇਹਦੇ ਆਰਟੀਕਲ ਕਿੰਨਾ 66 ਇਹਦੇ ਨਾਲ ਡੀਲ ਕਰਦਾ ਕੌਂਸਟੀਟਿਊਸ਼ਨ ਆਪਣੇ ਭਾਰਤੀ ਸੰਵਿਧਾਨ ਦਾ। ਤਾਂ ਇਹਦੇ 'ਚ ਕੌਣ ਹੁੰਦੇ ਆ, ਇਲੈਕਟਡ ਮੈਂਬਰ ਰਾਜ ਸਭਾ, ਇਲੈਕਟਡ ਮੈਂਬਰ ਨੋਮੀਨੇਟਡ ਮੈਂਬਰ ਰਾਜ ਸਭਾ, ਇਲੈਕਟਡ ਮੈਂਬਰ ਆਫ ਲੋਕ ਸਭਾ। ਤਾਂ ਹੁਣ ਦੇਖੋ ਜੇ ਆਪਾਂ ਨੋਮੀਨੇਟ ਦੀ ਗੱਲ ਕਰੀਏ, 2 ਮੈਂਬਰ ਹੁੰਦੇ ਆ ਆਪਣੇ ਲੋਕ ਸਭਾ ਦੇ ਵਿੱਚ ਐਂਗਲੋ ਇੰਡੀਅਨ ਔਰ 12 ਹੁੰਦੇ ਆਪਣੇ ਰਾਜ ਸਭਾ ਦੇ ਵਿੱਚ, ਠੀਕ ਆ। ਕੌਣ ਕਰਦਾ, ਪ੍ਰੈਜ਼ੀਡੈਂਟ ਸਾਹਿਬ ਕਰਦੇ ਆ। ਤਾਂ ਇਹ ਵਾਈਸ ਪ੍ਰੈਜ਼ੀਡੈਂਟ ਵੇਲੇ ਦਾ ਪਾਰਟਿਸਪੇਟ ਕਰਦੇ ਆ ਔਰ ਪ੍ਰੈਜ਼ੀਡੈਂਟ ਸਾਹਿਬ ਦੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੇ ਵੱਲੋਂ ਕੋਈ ਪਾਰਟਿਸਪੇਸ਼ਨ ਆ ਜਿਹੜੀ ਉਹ ਨਹੀਂ ਹੁੰਦੀ, ਉੱਥੇ ਓਨਲੀ ਇਲੈਕਟਡ ਹੁੰਦੇ ਆ ਜਿਹੜੇ। ਹੁਣ ਐਕਸ ਅਫੀਸ਼ੀਓ ਚੇਅਰਪਰਸਨ ਹੁੰਦੇ ਆ ਇਹ ਰਾਜ ਸਭਾ ਦੇ, ਐਂਡ ਡਜ਼ ਨਾਟ ਹੋਲਡ ਐਨੀ ਅਦਰ ਆਫਿਸ ਆਫ ਪ੍ਰੋਫਿਟ। ਹੁਣ ਬਾਕੀ ਆ ਯਾਦ ਰੱਖਣਾ ਤੁਸੀਂ ਇੱਥੋਂ, ਇਹ ਵੈਸੇ ਪਾਉਣ ਦਾ ਇਹ ਆ ਵੀ ਪ੍ਰੈਜ਼ੀਡੈਂਟ ਐਂਡ ਵਾਈਸ ਪ੍ਰੈਜ਼ੀਡੈਂਟਸ ਇਲੈਕਸ਼ਨ ਰੂਲਸ 1974, ਤਾਂ ਕਿੰਨੇ ਦੇ ਰੂਲਸ ਨੇ, 1974 ਦੇ। ਪ੍ਰੈਜ਼ੀਡੈਂਸ਼ੀਅਲ ਐਂਡ ਵਾਈਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਐਕਟ ਕਿੰਨੇ ਦਾ, 1952 ਦਾ। ਤਾਂ ਇਹਨੂੰ ਵੀ ਤੁਸੀਂ ਯਾਦ ਰੱਖਣਾ। ਬਾਕੀ ਬੱਚੇ ਜਿਹੜੇ ਆਰਟੀਕਲ ਨੇ ਉਹਨਾਂ ਨੂੰ ਇੱਕ ਵਾਰ ਧਿਆਨ 'ਚ ਰੱਖ ਲਓ। ਆਰਟੀਕਲ ਜਿਹੜਾ 63 ਆ, ਤੇ ਆਰਟੀਕਲ 63 'ਚ ਕਹਿੰਦੇ ਵੀ ਪ੍ਰੈਜ਼ੀਡੈਂਟ ਇੰਡੀਆ ਦਾ ਵਾਈਸ ਪ੍ਰੈਜ਼ੀਡੈਂਟ ਹੋਣਾ ਚਾਹੀਦਾ। ਆਰਟੀਕਲ 64 ਕੀ ਕਹਿੰਦਾ, ਠੀਕ ਆ, ਐਕਸ ਅਫੀਸ਼ੀਓ ਮਤਲਬ ਕਿ ਹੋਣਗੇ ਚੇਅਰਪਰਸਨ। ਆਰਟੀਕਲ 65 ਕੀ ਕਹਿੰਦਾ ਕਿ ਰਾਸ਼ਟਰਪਤੀ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਐਕਟਿੰਗ ਪ੍ਰੈਜ਼ੀਡੈਂਟ ਆ ਜਿਹੜੇ ਉਹ ਕੰਮ ਕਰਨਗੇ, ਠੀਕ ਆ, ਉਹਨਾਂ ਦੀ ਐਬਸੈਂਸ ਦੇ ਵਿੱਚ। 66 ਕੀ ਕਹਿੰਦਾ, ਇਹਨਾਂ ਦੀਆਂ ਇਲੈਕਸ਼ਨਾਂ ਦੇ ਬਾਰੇ, ਇਹ ਆਪਾਂ ਪਿੱਛੇ ਗੱਲ ਹੀ ਕਰ ਚੁੱਕੇ ਹਾਂ। ਆਰਟੀਕਲ 67 ਇਹਨਾਂ ਦੀ ਟਰਮ ਦੇ ਬਾਰੇ ਦੱਸਦਾ। ਤੇ ਜਿਹੜਾ ਆਰਟੀਕਲ 68 ਆ, ਆਰਟੀਕਲ 68 ਐਕਸਪਾਇਰੀ ਹੋਣ ਤੋਂ ਪਹਿਲਾਂ ਮਤਲਬ ਕਿ ਸੀਟ ਇਹਨਾਂ ਦੀ ਫਿਲ ਹੋਣੀ ਚਾਹੀਦੀ ਆ। ਤੇ ਆਰਟੀਕਲ 69 ਦੇ ਵਿੱਚ ਇਹਨਾਂ ਦੀ ਸਹੁੰ ਆ ਜਾਂਦੀ ਆ। ਓਕੇ, ਤਾਂ ਆਰਟੀਕਲ 70 ਦੇ ਵਿੱਚ ਡਿਸਚਾਰਜ ਆਫ ਪ੍ਰੈਜ਼ੀਡੈਂਟਸ ਫੰਕਸ਼ਨ ਇਨ ਅਦਰ ਕੰਟੀਜੈਂਸੀ। ਆਰਟੀਕਲ 71 ਮੈਟਰ ਰਿਲੇਟਿੰਗ ਟੂ ਕਨੈਕਟਡ ਵਿਦ ਦ ਇਲੈਕਸ਼ਨ ਆਫ ਦ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ, ਮਤਲਬ ਕਿ ਹੋਰ ਮੈਟਰ ਆ ਜਾਂਦੇ ਜਿਹੜੇ ਇਹਨਾਂ ਦੀਆਂ ਵੋਟਾਂ ਨਾਲ ਸੰਬੰਧਿਤ ਹੁੰਦੇ ਆ। ਕਹਿਣ ਤੋਂ ਭਾਵ ਇਹ ਆ
ਬਾਕੀ ਇਹਨਾਂ ਦੇ ਨਾਲ ਇੱਕ ਇੰਪੋਰਟੈਂਟ ਅਮੈਂਡਮੈਂਟ ਵੀ ਜੁੜੀ ਹੋਈ ਆ 11ਵੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ 1961। ਤਾਂ ਉਦੋਂ ਮਤਲਬ ਕਿ ਪਹਿਲਾਂ ਇਹ ਜੁਆਇੰਟ ਸਿਟਿੰਗ ਨਾਲ ਹੁੰਦੀਆਂ ਸੀ ਤੇ ਉਦੋਂ ਵੇ ਸੀਗਾ ਜਿਹੜਾ ਇਹ ਚੇਂਜ ਕਰ ਦਿੱਤਾ ਗਿਆ 11ਵੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ 1961 ਦੇ ਨਾਲ। ਠੀਕ ਆ, ਬਾਕੀ ਇੱਕ ਬੱਚੇ 2 ਵਾਰੀ ਜਿਹੜੇ ਬਣੇ ਸੀ ਉਹ ਇੰਪੋਰਟੈਂਟ ਸੀ, ਮੈਂ ਤੁਹਾਨੂੰ ਉਹ ਦੱਸਤਾ। ਠੀਕ ਆ, ਔਰ ਇੱਕ ਇਹੋ ਜੇ ਵਾਈਸ ਪ੍ਰੈਜ਼ੀਡੈਂਟ ਹੋਏ ਆ ਓਨਲੀ ਇੱਕ ਨੇ, ਤੇ ਜਿਨ੍ਹਾਂ ਦੀ ਆਪਦੇ ਟਨਿਓਰ ਦੇ ਦੌਰਾਨ ਡੈਥ ਹੋਈ ਆ। ਤਾਂ ਬੱਚੇ ਇਹ ਤੁਹਾਡੇ ਲਈ ਕੁਐਸਚਨ ਆ, ਤੁਸੀਂ ਦੱਸਣਾ ਕਿ ਉਹ ਕਿਹੜੇ ਪ੍ਰੈਜ਼ੀਡੈਂਟ ਸਾਹਿਬ ਨੇ ਕਿ ਜਿਨ੍ਹਾਂ ਦੀ ਆਪਦੇ ਟਨਿਓਰ ਦੇ ਦੌਰਾਨ ਹੀ ਡੈਥ ਹੋਈ ਆ। ਤਾਂ ਉਹਨਾਂ ਦਾ ਨਾਮ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ। ਬਾਕੀ ਆ ਬੱਚੇ ਆਰਟੀਕਲ ਨੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਸਾਰੇ। ਠੀਕ ਆ, ਬਾਕੀ ਇਸ ਤੋਂ ਬਾਅਦ ਆਉਂਦਾ ਤੁਹਾਡੇ ਕੋਲ ਹੂ ਪਰਫਾਰਮ ਦਾ ਡਿਊਟੀ ਆਫ ਦਾ ਵਾਈਸ ਪ੍ਰੈਜ਼ੀਡੈਂਟ ਵੈਨ ਵੈਕੈਂਸੀ ਅਕਰ ਇਨ ਦ ਆਫਿਸ ਆਫ ਦਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਵੈਨ ਦਾ ਵਾਈਸ ਪ੍ਰੈਜ਼ੀਡੈਂਟ ਐਕਟ ਐਜ਼ ਦਾ ਪ੍ਰੈਜ਼ੀਡੈਂਟ ਆਫ ਇੰਡੀਆ। ਮਤਲਬ ਦੇਖੋ, ਜੇ ਤਾਂ ਹੁਣ ਪਹਿਲਾਂ ਪ੍ਰੈਜ਼ੀਡੈਂਟ ਸਾਹਿਬ ਸੀ, ਪ੍ਰੈਜ਼ੀਡੈਂਟ ਸਾਹਿਬ ਦੀ ਪੋਸਟ ਹੋ ਗਈ ਖਾਲੀ, ਤਾਂ ਇਹਨਾਂ ਦੀ ਜਗ੍ਹਾ ਤੇ ਐਕਟਿੰਗ ਕੌਣ ਬਣ ਗਏ? ਵਾਈਸ ਪ੍ਰੈਜ਼ੀਡੈਂਟ ਬਣ ਗਏ। ਤਾਂ ਹੁਣ ਵਾਈਸ ਪ੍ਰੈਜ਼ੀਡੈਂਟ ਤਾਂ ਇਹ ਬਣ ਗਏ, ਹੁਣ ਜਿਹੜੀ ਇਹਨਾਂ ਦੀ ਪੋਸਟ ਖਾਲੀ ਆ ਤਾਂ ਇੱਥੇ ਆਪਣਾ ਕੌਣ ਵੀ ਐਕਟ ਕਰੂਗਾ? ਇੱਥੇ ਕਨਸਟੀਟਿਊਸ਼ਨ ਆਪਣਾ ਕੀ ਕਰਦਾ? ਜਮਾ ਸਾਇਲੈਂਟ ਆ ਔਨ ਦਿਸ ਮੈਟਰ। ਕਲੀਅਰ ਆ? ਤਾਂ ਸੈਲਰੀ ਦੀ ਗੱਲ ਕਰੀਏ ਇਹਨਾਂ ਨੂੰ, ਸੈਲਰੀ ਫॉर ਦਾ ਵਾਈਸ ਪ੍ਰੈਜ਼ੀਡੈਂਟ ਫॉर ਹਿਜ਼ ਰੋਲ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੋ। ਇਹਨਾਂ ਨੂੰ ਰਾਜ ਸਭਾ ਦਾ ਚੇਅਰਮੈਨ ਹੋਣ ਦੇ ਕਰਕੇ ਸੈਲਰੀ ਮਿਲਦੀ ਆ, ਵਾਈਸ ਪ੍ਰੈਜ਼ੀਡੈਂਟ ਦੀ ਇਹਨਾਂ ਨੂੰ ਸੈਲਰੀ ਨਹੀਂ ਮਿਲਦੀ। ਠੀਕ ਆ, ਤਾਂ ਬੱਚੇ ਇਹ ਸੀਗਾ ਅੱਜ ਦਾ ਟੌਪਿਕ। ਤਾਂ ਬੜੇ ਆਸਾਨ ਤਰੀਕੇ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਬਾਕੀ ਬੱਚੇ ਇੱਕ ਗੱਲ ਯਾਦ ਰੱਖਣੀ ਆ ਵੀ ਇਹਨਾਂ ਦੀ ਜਿਹੜੀ ਟਰਮ 5 ਸਾਲ ਦੀ ਆ, ਅਸਤੀਫਾ ਰਾਸ਼ਟਰਪਤੀ ਨੂੰ ਦੇਣਗੇ। ਜੇ ਕੋਈ ਡਿਸਪਿਊਟ ਹੋ ਜਾਂਦਾ ਤਾਂ ਸੁਪਰੀਮ ਕੋਰਟ ਇਹਨਾਂ ਨੂੰ ਦੇਖਦੀ ਆ। ਬਾਕੀ ਜਿਹੜੀਆਂ ਇਹਨਾਂ ਦੀਆਂ ਇਲੈਕਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਇਨਕੰਪਲੀਟ ਕਾਲਜ ਦੇ ਬੇਸ ਤੇ ਚੈਲੰਜ ਆ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਤਾਂ ਜਿੰਨੇ ਕੁ ਫੈਕਟ ਬੱਚੇ ਤੁਹਾਡੇ ਐਗਜ਼ਾਮ ਓਰੀਐਂਟਡ ਜ਼ਰੂਰੀ ਸੀਗੇ ਉਨੇ ਕੁ ਮੈਂ ਤੁਹਾਨੂੰ ਕਲੀਅਰ ਕਰਵਾਉਣ ਦੀ ਕੋਸ਼ਿਸ਼ ਕੀਤੀ ਆ। ਉਸ ਤੋਂ ਬਿਨਾਂ ਇੱਕ ਵਾਰੀ ਮੈਂ ਤੁਹਾਨੂੰ ਫਿਰ ਯਾਦ ਕਰਵਾ ਦੇਣਾ, ਵਾਈਸ ਪ੍ਰੈਜ਼ੀਡੈਂਟ ਤਾਂ ਐਮ ਵੈਂਕਈਆ ਨਾਇਡੂ ਆਪਣੇ 13ਵੇਂ ਸੀ, ਜਿਹੜੇ ਹੁਣ ਬਣੇ ਨੇ ਉਹ 14ਵੇਂ ਨੇ। ਜਗਦੀਪ ਧਨਖੜ ਉਹਨਾਂ ਦਾ ਨਾਮ ਆ, ਸੋਰਸ USA ਆ। ਆਰਟੀਕਲ 63 ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਹੋਣਾ ਚਾਹੀਦਾ। ਆਰਟੀਕਲ 64 ਵਾਈਸ ਪ੍ਰੈਜ਼ੀਡੈਂਟ ਐਕਸ ਅਫੀਸ਼ੀਓ ਚੇਅਰਪਰਸਨ ਹੋਊਗਾ ਰਾਜ ਸਭਾ ਦਾ। ਠੀਕ ਆ, ਤਾਂ ਆਰਟੀਕਲ 65 ਐਕਟਿੰਗ ਪ੍ਰੈਜ਼ੀਡੈਂਟ ਬਣ ਸਕਦਾ। 63 64 65 ਇਹ ਤਾਂ ਤੁਹਾਡੇ ਲਈ ਬੜੇ ਇੰਪੋਰਟੈਂਟ ਆ। ਕੀ ਰਾਜ ਸਭਾ ਦਾ ਮੈਂਬਰ ਹੋਊਗਾ? ਨੋ। ਰਿਜ਼ਾਈਨ ਕਿਹਨੂੰ ਦਊਗਾ? ਪ੍ਰੈਜ਼ੀਡੈਂਟ ਸਾਹਿਬ ਨੂੰ। ਇਹਨੂੰ ਸਹੁੰ ਕੌਣ ਖਵਾਊਗਾ? ਰਾਸ਼ਟਰਪਤੀ। ਟਨਿਓਰ ਕਾਰਜਕਾਲ ਜਾਣੀ ਕਿ 5 ਸਾਲ। ਇਲੈਕਸ਼ਨ ਇਹਨਾਂ ਦੀ ਇਨਡਾਇਰੈਕਟ ਹੁੰਦੀ ਆ ਤੇ ਪਾਰਟਿਸਿਪੇਟ ਕਰਦੇ ਨੇ MP ਆਫ ਰਾਜ ਸਭਾ ਐਂਡ ਲੋਕ ਸਭਾ, ਸਟੇਟ ਵਾਲੇ ਨਹੀਂ ਕਰਦੇ। ਤੇ ਇੱਥੇ ਕੋਈ ਵੀ ਇਹ ਨਹੀਂ ਹੈਗਾ ਵੀ ਇਕੱਲੇ ਨੋਮੀਨੇਟਡ ਕਰਨਗੇ ਜਾਂ ਫਿਰ ਇਲੈਕਟਡ ਕਰਨਗੇ, ਜਿਵੇਂ ਕਿ ਪ੍ਰੈਜ਼ੀਡੈਂਟ ਸਾਹਿਬ ਵੇਲੇ ਓਨਲੀ ਲਿਖਿਆ ਹੁੰਦਾ, ਓਨਲੀ ਇਲੈਕਟਡ। ਠੀਕ ਆ, ਤਾਂ ਰੀ ਇਲੈਕਸ਼ਨ ਹੋ ਸਕਦੀ ਹੈ ਯੈਸ, ਕਿਉਂਕਿ ਰਾਧਾ ਕ੍ਰਿਸ਼ਨ 2 ਵਾਰ ਬਣ ਚੁੱਕੇ ਆ, ਹਮਦ ਅੰਸਾਰੀ 2 ਵਾਰ ਬਣ ਚੁੱਕੇ ਆ। ਤਾਂ ਮਿਨੀਮਮ ਏਜ ਕਿੰਨੀ ਆ? 35 ਈਅਰ। ਮੈਕਸਿਮਮ ਏਜ ਕੋਈ ਸੰਵਿਧਾਨ ਆਪਣਾ ਕੁਛ ਕਹਿੰਦਾ ਹੀ ਨਹੀਂ। ਸੈਲਰੀ ਆਪਣਾ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਜਾਂਦੀ ਆ। ਆਹ ਚੀਜ਼ ਤੁਹਾਨੂੰ ਕਲੀਅਰ ਆ। ਬਾਕੀ ਬੱਚੇ ਦੇਖੋ, ਇੱਕ ਇੰਪੋਰਟੈਂਟ ਜੀ ਗੱਲ ਆ, ਬੱਚੇ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਆ। ਇੱਥੇ ਇੱਕ ਸ਼ਬਦ ਹੁੰਦਾ ਮੈਜੋਰਟੀ। ਠੀਕ ਆ, ਤਾਂ ਮੈਜੋਰਟੀ ਦਾ ਮਤਲਬ ਵੈਸੇ ਹੀ ਜ਼ਿਆਦਾ ਹੁੰਦਾ, ਉਹਦੇ ਤੋਂ ਜ਼ਿਆਦਾ। ਦੇਖੋ ਬੱਚੇ, ਮੈਜੋਰਟੀ ਇੱਕ ਤਾਂ ਹੁੰਦੀ ਆ ਸਿੰਪਲ। ਸਿੰਪਲ ਤਾਂ ਬਿਲਕੁਲ ਹੀ ਸਿੰਪਲ ਹੁੰਦੀ ਆ ਵੀ ਮਤਲਬ ਕਿ ਪ੍ਰੈਜ਼ੈਂਟ ਐਂਡ ਵੋਟਿੰਗ ਮੈਂਬਰ ਦੀ। ਠੀਕ ਆ, ਤਾਂ ਇਹਨੂੰ ਤਾਂ ਕਹਿੰਦੇ ਆ ਬਿਲਕੁਲ ਸਧਾਰਨ ਬਹੁਮਤ। ਇਸ ਤੋਂ ਬਾਅਦ ਇੱਕ ਹੁੰਦੀ ਆ ਇਫੈਕਟਿਵ। ਠੀਕ ਆ, ਦੂਸਰੀ ਹੁੰਦੀ ਆ ਇਫੈਕਟਿਵ, ਮਤਲਬ ਇਹਦੇ 'ਚ ਇਹ ਹੁੰਦਾ ਵੀ ਜਿੰਨੀਆਂ ਸੀਟਾਂ ਖਾਲੀ ਹੋ ਗਈਆਂ, ਸਪੋਜ਼ ਕਰੋ 250 ਸੀਟਾਂ ਸੀ। ਠੀਕ ਆ, ਤਾਂ 250 ਸੀਟਾਂ ਦੇ ਵਿੱਚੋਂ 6 ਖਾਲੀ ਹੋ ਗਈਆਂ। ਤਾਂ ਹੁਣ ਇਹ 250 ਦੇ ਵਿੱਚੋਂ ਆਹ 6 ਸੀਟਾਂ ਨੇ ਜਿਹੜੀਆਂ ਕੱਢ ਦਿੱਤੀਆਂ ਜਾਣਗੀਆਂ, ਬਚੀਆਂ 244। ਇਹ ਤੋਂ ਬਾਅਦ ਇਹਦਾ ਹਾਫ ਕਰ ਦਾਂਗੇ ਆਪਾਂ, 12 2 ਤੇ +1। ਤਾਂ ਇੱਥੇ ਇਫੈਕਟਿਵ ਮੈਜੋਰਟੀ ਕਿੰਨੀ ਆ? 123। ਤਾਂ ਇਹ ਤਾਂ ਹੁੰਦੀ ਹੈ ਇਫੈਕਟਿਵ ਮੈਜੋਰਟੀ, ਜਿੰਨੀਆਂ ਸੀਟਾਂ ਖਾਲੀ ਹੋ ਗਈਆਂ ਤੇ ਠੀਕ ਆ ਉਹਨਾਂ ਦੇ ਵਿੱਚੋਂ ਖਾਲੀ ਸੀਟਾਂ ਟੋਟਲ ਦੇ ਵਿੱਚੋਂ ਘਟਾ ਦਿਓ ਤੇ ਜਿੰਨੀਆਂ ਬਚ ਗਈਆਂ ਉਹਦਾ ਹਾਫ ਕਰਕੇ +1 ਉਹਦੇ 'ਚ ਕਰ ਦਿਓ, ਤਾਂ ਉਹ ਹੋਊਗੀ ਇਫੈਕਟਿਵ। ਇਸ ਤੋਂ ਬਾਅਦ ਕਈ ਹੁੰਦੇ ਆ ਵੀ ਜਿਨ੍ਹਾਂ ਦੇ ਲਈ ਲੱਗਦੀ ਆ ਸਪੈਸ਼ਲ ਮੈਜੋਰਟੀ। ਠੀਕ ਆ, ਹੁਣ ਕਈਆਂ ਦੇ ਲਈ ਕੀ ਲੱਗਦੀ ਆ? ਸਪੈਸ਼ਲ ਮੈਜੋਰਟੀ ਲੱਗਦੀ ਆ। ਹੁਣ ਸਪੈਸ਼ਲ ਮੈਜੋਰਟੀ ਕਿਹੜੀ ਹੁੰਦੀ ਆ? ਦੇਖੋ ਬੱਚੇ, ਜਿੰਨੇ ਦਾ ਟੋਟਲ ਮੈਂਬਰ ਹੁੰਦੇ ਆ 2/3 ਆਫ ਟੋਟਲ ਮੈਂਬਰ। ਪਹਿਲਾਂ ਤਾਂ ਟੋਟਲ ਮੈਂਬਰਾਂ ਦਾ ਵੀ ਅੱਧ ਤੋਂ ਜ਼ਿਆਦਾ, ਦੂਸਰਾ ਫਿਰ ਅੱਧ ਤੋਂ ਜ਼ਿਆਦਾ ਜਾਣੀ ਕਿ 2/3 ਹਿੱਸਾ ਪ੍ਰੈਜ਼ੈਂਟ ਐਂਡ ਵੋਟਿੰਗ ਮੈਂਬਰ ਦਾ। ਠੀਕ ਆ, ਤਾਂ ਬੱਚੇ ਇਹ ਚੀਜ਼ ਆ ਵੀ ਮਤਲਬ ਕਿ ਇਹਨਾਂ ਦੇ ਵਿੱਚੋਂ ਜਿਹੜੀ ਜ਼ਿਆਦਾ ਨਾਲ ਪਾਸ ਹੋ ਜਾਂਦੀ ਆ ਉਹ ਇੱਥੇ ਚੱਲ ਜਾਂਦੀ ਆ। ਆਈ ਥਿੰਕ ਤੁਹਾਨੂੰ ਇੰਨੀ ਕੁ ਚੀਜ਼ ਸਿੰਪਲ ਮੈਜੋਰਟੀ, ਇਫੈਕਟਿਵ ਮੈਜੋਰਟੀ ਔਰ ਸਪੈਸ਼ਲ ਮੈਜੋਰਟੀ ਕਲੀਅਰ ਹੋ ਗਈ ਹੋਊਗੀ। ਹੁਣ ਜੇ ਤੁਹਾਨੂੰ ਕਈ ਵਾਰ ਇਹ ਵੀ ਆ ਜਾਂਦਾ ਵੀ ਸਪੈਸ਼ਲ ਮੈਜੋਰਟੀ ਆਪਾਂ ਕਿਉਂ ਕਰਦੇ ਹਾਂ, ਕਿਹਦੇ ਲਈ ਲਾਈ ਜਾਂਦੀ ਆ? ਠੀਕ ਆ, ਤਾਂ ਕੈਗ ਦੇ ਲਈ। ਠੀਕ ਆ, CEC ਜਾਣੀ ਕਿ ਬੋਰਡ ਕਮਿਸ਼ਨਰ ਹੁੰਦੇ ਆ ਜਿਹੜੇ ਆਪਣੇ, ਆਲ ਜੱਜਸ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ, ਜਾਂ ਫਿਰ CAA। ਤਾਂ ਇਹਨਾਂ ਦੇ ਲਈ ਜਦੋਂ ਕੋਈ ਇਹਨਾਂ ਦਾ ਰਿਮੂਵਲ ਬਿੱਲ ਰੱਖਿਆ ਜਾਂਦਾ ਕੈਗ ਦਾ, CEC ਦਾ ਜਾਂ ਕੋਈ ਜੱਜ ਦਾ, ਤਾਂ ਉਹਨਾਂ ਦੇ ਲਈ ਸਪੈਸ਼ਲ ਮੈਜੋਰਟੀ ਜਿਹੜੀ ਲਾਈ ਜਾਂਦੀ ਆ। ਆਹ ਚੀਜ਼ ਤੁਹਾਨੂੰ ਬਿਲਕੁਲ ਕਲੀਅਰ ਆ।
ਜਿਹੜੀ ਹੈਗੀ ਆਪਣੀ 2/3 ਪ੍ਰੈਜ਼ੈਂਟ ਐਂਡ ਵੋਟਿੰਗ ਮੈਂਬਰ ਵਾਲੀ, ਠੀਕ ਆ। ਤਾਂ ਉਹਦੇ 'ਚ ਜਿਵੇਂ ਆਰਟੀਕਲ 312 ਆਲ ਇੰਡੀਅਨ ਸਰਵਿਸ ਨੇ ਆਪਣੀ IAS IPS IFOS ਜਿਹੜਾ 1966 ਦੇ ਵਿੱਚ ਐਡ ਕੀਤਾ, ਤਾਂ ਉਹਦੇ 'ਚ ਸਟਰੋਂਗ ਆ ਜ਼ਿਆਦਾ ਰਾਜ ਸਭਾ, ਠੀਕ ਆ। ਚਲੋ ਬੱਚੇ ਇਹ ਸੀਗਾ। ਬਾਕੀ ਹੁਣ ਵਾਈਸ ਪ੍ਰੈਜ਼ੀਡੈਂਟ ਲਿਸਟ ਆ ਜਿਹੜੀ ਉਹ ਤੁਸੀਂ ਗੂਗਲ ਕਰ ਸਕਦੇ ਹੋ ਬੱਚੇ, ਜਾਂ ਫਿਰ PDF ਤੇ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਤੇ ਆਪਣਾ ਟੈਲੀਗ੍ਰਾਮ ਦੇ ਉੱਪਰ ਪ੍ਰੋਵਾਈਡ ਕਰਵਾ ਦੂੰਗਾ ਉਹ ਵਾਲੀ ਲਿਸਟ ਨੂੰ। ਉਮੀਦ ਕਰਦਾ ਵੀ ਤੁਹਾਨੂੰ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਬਿਲਕੁਲ ਸਮਝ ਲੱਗਿਆ ਹੋਊਗਾ। ਬਾਕੀ ਜਿਹੜੇ ਬੱਚੇ ਚੈਨਲ ਤੇ ਨਵੇਂ ਸੀ, ਬਿਲਕੁਲ ਪਹਿਲੀ ਵਾਰ ਆਏ ਆ, ਤਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ, ਦੈਨ ਰਿਕੁਐਸਟ ਆ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਵੀ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਸੋਸ਼ਲ ਮੀਡੀਆ ਤੇ, ਤਾਂ ਜੋ ਹੋਰਾਂ ਤੱਕ ਵੀਡੀਓ ਆ ਜਿਹੜੀ ਉਹ ਵੀ ਫ੍ਰੀ ਆਫ ਕਾਸਟ ਪਹੁੰਚ ਸਕੇ। ਬਾਕੀ ਜਿਨ੍ਹਾਂ ਨੇ ਟੈਲੀਗ੍ਰਾਮ ਨੂੰ ਜੁਆਇਨ ਕਰਿਆ ਬੱਚੇ, ਟੈਲੀਗ੍ਰਾਮ ਨੂੰ ਜ਼ਰੂਰ ਜੁਆਇਨ ਕਰਨ। ਵੀਡੀਓ ਦੇਖਣ ਦੇ ਲਈ ਸਭ ਦਾ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।